देश प्रदेश टीवी तुहाडा स्वागत है दोस्तों। अज असी हैगे सिंघू बॉर्डर जिथे किसानी आगूआं दी कल परसों एक मीटिंग भी हुई सी और एक किसानी संयुक्त मोर्चा जो कि सरकार दे नाल जिहड़ी कल गलबात होनी है उसकी स्ट्रैटजी बनांदा है और उस स्ट्रैटजी बनाने दे विच एक आगू इदां दे हैगे जिहड़े यंग भी हैगे हैं और उस स्ट्रैटजी बनाने दे विच उन्हां दी बड़ी वड्डी जिम्मेवारी हुंदी है। असी गल कर रहे हैं कीर्ति किसान यूनियन के मीत प्रधान राजेंद्र सिंह दीप सिंह वाला। आओ उन्हां नाल तुहाडी असीं गलबात करांदे हैं। शुक्रिया सर। तुसीं इह गल दसो कल दी जिहड़ी मीटिंग होण जा रही है ਉਹਦੇ ਵਿੱਚ ਕੀ ਤੁਸੀਂ स्ट्रैटजी बनाई? देखो साडी स्ट्रैटजी तो ਪਹਿਲਾਂ ਵਾਲੀ ਆ बहुत साफ आ पूरी दुनिया ਨੂੰ पूरे देश ਨੂੰ सरकार ਨੂੰ कि ਅਸੀਂ ਜਿਹੜੇ ਤਿੰਨੋਂ ਖੇਤੀ ਕਾਨੂੰਨ ਨੇ ਉਹ ਰੱਦ ਕਰਾਉਣੇ ਆ और MSP ਨੂੰ ਜਿਹੜਾ ਕਾਨੂੰਨੀ ਅਧਿਕਾਰ ਜਿਹੜਾ ਬਣਾਉਣਾ और ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਜਿਹੜਾ ਸਟਰਗਲ ਕਰ ਰਹੇ और ਇਹੀ ਅਸੀਂ ਟੇਬਲ ਟਾਕ ਦੇ ਵਿੱਚ ਲੈ ਕੇ ਜਾਵਾਂਗੇ। ਜਿਹੜੀ ਦੋ ਮੰਗਾਂ ਦੇ ਉੱਤੇ ਹਜੇ ਗੱਲਬਾਤ ਕਹਿੰਦੇ ਅੱਗੇ ਵਧਣੀ ਹੈ ਉਹਨਾਂ ਮੁੱਦਿਆਂ ਦੇ ਉੱਤੇ ਗੱਲਬਾਤ ਉਸ ਤਰੀਕੇ ਨਾਲ ਹੀ ਸ਼ੁਰੂ ਹੋਏਗੀ ਜਿੱਦਾਂ ਪਹਿਲੇ ਹੁੰਦੀ ਸੀ। देखो साडियां मुख मंगां ਜਿਹੜੀਆਂ ਨੇ ਉਹ ਜਿਹੜੀਆਂ मैं दो बोलियां ਉਹ ਨੇ। पिछली मीटिंग 'ਚ ਸਰਕਾਰ ਨੇ ਇਹ ਕਿਹਾ ਕਿ ਜਿਹੜਾ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਆ 2020 ਵੀ ਅਸੀਂ ਉਹਨੂੰ ਵਾਪਸ ਲੈ ਲੈਂਦੇ ਆ ਕਿਉਂਕਿ ਉਹ ਜੇ ਬਿੱਲ ਕਾਨੂੰਨ ਬਣਦਾ ਸੀ ਤਾਂ ਪੰਜਾਬ ਦੇ ਕਿਸਾਨਾਂ ਦੀਆਂ ਮੋਟਰਾਂ ਤੇ ਜਿਹੜੇ ਬਿੱਲ ਲੱਗਣ ਦਾ ਖਦਸ਼ਾ ਸੀ। ਜਿਹੜੇ ਦਲਿਤ ਪਰਿਵਾਰਾਂ ਦੇ ਜਿਹੜੇ 200 ਯੂਨਿਟ ਦੀ ਮਾਫੀ ਸੀਗੀ ਉਹ ਜਿਹੜੀ ਸੀਗੀ ਉਹ ਬਿਜਲੀ ਦੇ ਬਿੱਲ ਲੱਗ ਸਕਦੀ ਸੀ, ਮਾਫੀ ਉਹਨੂੰ ਜਾ ਸਕਦੀ ਸੀਗੀ। ਇਸੇ ਤਰ੍ਹਾਂ ਜਿਹੜਾ ਪਰਾਲੀ ਪ੍ਰਦੂਸ਼ਣ ਤੇ ਬਹੁਤ ਵੱਡੇ ਜੁਰਮਾਨੇ ਲਾਉਣ ਦਾ ਸੀਗਾ ਸਰਕਾਰ ਨੇ ਕਿਹਾ ਕਿ ਅਸੀਂ ਉੱਥੇ ਜਿਹੜਾ ਹੈਗਾ ਉਹ ਵਾਪਸ ਲੈ ਲਾਂਗੇ। ਪਰ ਉਸ ਤੋਂ ਬਾਅਦ ਉਹਨਾਂ ਨੇ ਪ੍ਰੈਸ ਕਾਨਫਰੰਸ 'ਚ ਇਹ ਕਿਹਾ ਵੀ ਅਸੀਂ ਅੱਧੀਆਂ ਮੰਗਾਂ ਮੰਨ ਲਈਆਂ और ਜਿਹੜਾ ਉਹ ਬਿਜਲੀ ਬਾਰੇ ਵੀ ਸੀ ਉਹ ਸਿਰਫ ਸਬਸਿਡੀ ਬਾਰੇ ਉਹਨਾਂ ਨੇ ਕੁਝ ਕਿਹਾ ਵੀ ਸਬਸਿਡੀ ਵਾਲੀ ਕਲੌਜ਼ ਦੇ ਉੱਪਰ ਅਸੀਂ ਕੁਝ ਕਰ ਸਕਦੇ ਹਾਂ। ਤਾਂ ਸਰਕਾਰ ਨੇ ਜਿੰਨੀ ਗੱਲ ਮੀਟਿੰਗ 'ਚ ਮੰਨੀ ਹੈਗੀ ਆ ਉਸ ਤੋਂ ਵੀ ਜਿਹੜੀ ਹੈਗੀ ਆ ਉਹ ਪਿੱਛੇ ਹਟੀ ਆ और ਜਿਹੜਾ ਇਸ ਤਰ੍ਹਾਂ ਬਣਾ ਕੇ ਪੇਸ਼ ਕਰ ਰਹੇ ਆ ਕਿ 50% ਮਸਲਾ ਹੱਲ ਹੋ ਗਿਆ, ਇਸ ਤਰ੍ਹਾਂ ਨਹੀਂ ਹੈਗਾ। ਸਿਰਫ ਜੇ ਆਪਾਂ ਕਹੀਏ ਵੀ ਹਾਥੀ ਨਹੀਂ ਲੰਘਿਆ ਹੈਗਾ, ਸਿਰਫ ਪੂਛ ਲੰਘੀ ਆ, ਹਾਥੀ ਅਜੇ ਲੰਘਣਾ ਬਾਕੀ ਆ। ਤਾਂ ਇਸ ਕਰਕੇ ਅਸੀਂ ਬਿਲਕੁਲ ਉਹ 'ਤੇ ਹੀ ਫੋਕਸ ਕਰਾਂਗੇ ਕਿ ਜਿਹੜੀਆਂ ਉਹ ਮੰਗਾਂ ਨੇ ਕੱਲੀ ਮੰਗ ਜਿਹੜੀ ਹੈਗੀ ਆ ਉਹ ਜਿੰਨਾ ਚਿਰ ਮੰਨੀ ਨਹੀਂ ਜਾਂਦੀਗੀ ਕਿਉਂਕਿ ਸੋਧਾਂ ਵਾਲੀ ਗੱਲ ਤਾਂ ਪੁਰਾਣੀ ਹੋ ਗਈ। ਉਹ ਤੁਸੀਂ ਸਰਕਾਰ ਕਹਿ ਰਹੀ ਹੈ 50% ਮੰਗਾਂ ਮੰਨ ਲਈਆਂ। ਸਰਕਾਰ ਝੂਠਿਆਂ ਦੀ ਸਰਕਾਰ ਆ, ਸ਼ੁਰੂ ਤੋਂ ਜਿਹੜੀ ਹੈਗੀ ਝੂਠ ਬੋਲਦੀ ਆਈ ਆ। ਕਦੀ ਇਹਨਾਂ ਨੇ ਇਹ ਕਿਹਾ ਕਿ ਕਾਨੂੰਨ ਬਹੁਤ ਵਧੀਆ ਨੇ, ਫਿਰ ਇਸੇ ਕਾਨੂੰਨ 'ਚ ਉਹ ਕਹਿੰਦੇ ਸੀ ਕਿ 9 ਸੋਧਾਂ ਕਰਨ ਨੂੰ ਤਿਆਰ ਆ। ਪਰ ਅਸੀਂ ਇਸ ਗੱਲ 'ਤੇ ਖੜੇ ਆ ਕਿ ਜਿਹੜਾ ਇਹ ਕਾਨੂੰਨ ਨੇ ਕੇਂਦਰ ਸਰਕਾਰ ਨੂੰ ਖੇਤੀਬਾੜੀ ਬਾਰੇ ਕਾਨੂੰਨ ਬਣਾਉਣ ਦਾ ਅਧਿਕਾਰ ਹੀ ਨਹੀਂਗਾ। ਇਹ ਜਿਹੜਾ ਅਧਿਕਾਰ ਆ ਸੂਬਿਆਂ ਦਾ ਅਧਿਕਾਰ ਆ ਕਿਉਂਕਿ ਜਿਹੜੀਆਂ ਭਾਰਤੀ ਸੰਵਿਧਾਨ 'ਚ 3 ਸੂਚੀਆਂ ਨੇ ਕਾਨੂੰਨ ਬਣਾਉਣ ਬਾਰੇ। ਖੇਤੀਬਾੜੀ ਬਾਰੇ ਕਾਨੂੰਨ ਜਿਹੜਾ ਹੈਗਾ ਉਹ ਸੂਬਾ ਸਰਕਾਰਾਂ ਬਣਾ ਸਕਦੀਆਂ ਨੇ। ਇੰਡੀਅਨ ਕਨਸਟੀਟਿਊਸ਼ਨ 'ਚ ਬਹੁਤ ਕਲੀਅਰਲੀ ਜਿਹੜਾ ਲਿਖਿਆ ਕਿ ਜਿਹੜਾ ਕੰਮ ਤੁਸੀਂ ਡਾਇਰੈਕਟਲੀ ਨਹੀਂ ਕਰ ਸਕਦੇ ਉਹ ਇੰਡਾਇਰੈਕਟਲੀ ਵੀ ਨਹੀਂ ਕਰ ਸਕਦੇਗੇ। ਤੇ ਡਾਇਰੈਕਟਲੀ ਜਿਹੜਾ ਹੈਗਾ ਐਗਰੀਕਲਚਰ ਬਾਰੇ ਉਹ ਲਾਅ ਬਣਾ ਨਹੀਂ ਸਕਦੇਗੇ। ਹੁਣ ਉਹ ਇੰਡਾਇਰੈਕਟਲੀ ਟ੍ਰੇਡ ਤੇ ਕਮਰਸ ਦੇ ਨਾਂ ਤੇ ਲਾਅ ਲਿਆਉਣਾ ਚਾਹੁੰਦੇ ਹੈਗੇ ਆ ਤਾਂ ਇੰਡਾਇਰੈਕਟਲੀ ਵੀ ਨਹੀਂ ਲਿਆ ਸਕਦੇ। ਸੁਪਰੀਮ ਕੋਰਟ ਦੇ ਬਹੁਤ ਸਾਰੇ ਜਿਹੜੇ ਫੈਸਲਿਆਂ 'ਚ ਇਹ ਗੱਲ ਆ ਚੁੱਕੀ ਆ, ਸੰਵਿਧਾਨ ਦੇ ਮੁਤਾਬਕ ਹੈਗਾ। ਇਸ ਕਰਕੇ ਸਾਡਾ ਬੁਨਿਆਦੀ ਨੁਕਤਾ ਇਹੀ ਆ ਕਿ ਤੁਹਾਡੇ ਕਾਨੂੰਨ ਗੈਰ ਸੰਵਿਧਾਨਕ ਆ, ਇਹ ਦੇਸ਼ ਦੇ ਫੈਡਰਲ ਸਟਰਕਚਰ ਨੂੰ ਵੀ ਹਿੱਟ ਕਰਦੇ ਹੈਗੇ ਆ। ਇਸ ਕਰਕੇ ਜਿਹੜੇ ਫੌਰੀ ਉਹ ਵਾਪਸ ਲਏ ਜਾਣੇ ਚਾਹੀਦੇ ਆ। सरकार शोधां वास्ते तैयार है पर कानून वापस लाने वास्ते तैयार नहीं। किसान बगैर कानून वापस लेते इतों नहीं मुड़नगे। बिल्कुल जी, ये तो शुरू तो साडा साफ आ कि ये कानून रद्द करवाउण दे लई जिहड़े आए आ और क्योंकि जे असीं सौदा मनदे आ ਤਾਂ ਅਸੀਂ ਪ੍ਰਿੰਸੀਪਲੀ ਲੜਾਈ ਹਾਰ ਰਹੇ ਹੋਵਾਂਗੇ ਕਿਉਂਕਿ ਅਸੀਂ ਇਹ ਮੰਨ ਕੇ ਜਾਵਾਂਗੇ ਵੀ ਜਿਹੜਾ ਕੇਂਦਰ ਹੈਗਾ ਉਹ ਖੇਤੀਬਾੜੀ ਬਾਰੇ ਕਾਨੂੰਨ ਬਣਾ ਸਕਦਾ ਔਰ ਸੂਬਿਆਂ ਦੇ ਅਧਿਕਾਰਾਂ ਦੇ ਜਿਹੜੀ ਦਖਲਅੰਦਾਜ਼ੀ ਉਹ ਕਰ ਸਕਦਾ ਹੈਗਾ। ਇਸ ਕਰਕੇ ਅਸੀਂ ਉਹਨਾਂ ਕਾਨੂੰਨਾਂ ਨੂੰ ਮੁੱਢੋਂ ਰੱਦ ਕਰਾਉਣ ਵਾਸਤੇ ਲੜ ਰਹੇ ਹਾਂ ਔਰ ਮੁੱਢੋਂ ਰੱਦ ਕਰਾ ਕੇ ਹੀ ਜਾਵਾਂਗੇ। ਔਰ MSP ਦੇ ਉੱਤੇ ਕਨਸਟੀਟਿਊਸ਼ਨਲ ਗਾਰੰਟੀ ਦੀ ਗੱਲ ਉਸ ਮੁੱਦੇ ਦੇ ਉੱਤੇ ਕਿਸਾਨਾਂ ਦਾ ਕੀ ਸਟੈਂਡ ਹੋਏਗਾ? ਦੇਖੋ ਇਹਦੇ 'ਚ ਅਸੀਂ ਸਰਕਾਰ 22 ਫਸਲਾਂ ਦਾ ਜਿਹੜਾ MSP ਡਿਕਲੇਅਰ ਕਰਦੀ ਆ ਪਰ ਉਹ 'ਚੋਂ ਸਿਰਫ 2 ਫਸਲਾਂ ਕਣਕ ਤੇ ਝੋਨਾ ਉਹ ਵੀ 2 ਸੂਬਿਆਂ 'ਚੋਂ ਪੰਜਾਬ ਤੇ ਹਰਿਆਣੇ 'ਚੋਂ ਖਰੀਦਦੀ ਆ। ਇਸ ਦੇਸ਼ 'ਚ ਜਿੰਨੀ ਕੁੱਲ ਪੈਦਾਵਾਰੀ ਹੋ ਰਹੀ ਅਨਾਜ ਦਾ ਉਹਦੇ 'ਚੋਂ ਸਿਰਫ 6% ਉਹਦਾ ਖਰੀਦਿਆ ਜਾ ਰਿਹਾ। 94% ਜਿਹੜਾ ਹੈਗਾ ਵਪਾਰੀ ਤੇ ਹੋਰ ਪ੍ਰਾਈਵੇਟ ਪਲੇਅਰ ਜਿਹੜੇ ਹੈਗੇ ਆ ਉਹ ਖਰੀਦਦੇ ਆ ਕਿਉਂਕਿ ਇਕੱਲਾ MSP ਡਿਕਲੇਅਰ ਕਰਨ ਦੇ ਨਾਲ ਨਹੀਂ। ਹੁਣ MSP ਜਿਹੜਾ ਦਾਲਾਂ ਦਾ ਹੈਗਾ 7,500 ਤੋਂ ਉੱਪਰ ਪਰ ਦਾਲ 3700-3800 ਰੁਪਏ ਨੂੰ ਜਿਹੜੀ ਹੈਗੀ ਵਿਕਦੀ ਹੈਗੀ ਆ। ਮੱਕੀ ਦਾ 1850 ਤੈਅ ਆ, ਮੱਕੀ 700 ਤੋਂ 900 ਰੁਪਏ ਵਿਕ ਰਹੀ ਹੈਗੀ ਆ। ਇਸ ਕਰਕੇ ਅਸੀਂ ਕਹਿ ਰਹੇ ਹਾਂ ਕਿ MSP ਨੂੰ ਕਾਨੂੰਨੀ ਅਧਿਕਾਰ ਮੰਨਿਆ ਜਾਵੇ ਤੇ ਜਿਹੜਾ ਵੀ MSP ਤੈਅ ਤੋਂ ਘੱਟ ਰੇਟ ਤੇ ਖਰੀਦੇ ਉਹਨਾਂ ਨੂੰ ਕਾਨੂੰਨ ਅਪਰਾਧ ਬਣਾਇਆ ਜਾਵੇ।
ਤਾਂ ਕਿ ਕਿਸਾਨ ਦੀ ਜਿਹੜੀ ਹੈਗੀ ਆ ਲੁੱਟ ਨਾ ਹੋ ਸਕੇ। ਤੇ ਜੇ ਕੋਈ ਨਹੀਂ ਖਰੀਦਦਾ ਤਾਂ ਸਰਕਾਰ ਉਹਦੀ ਗਰੰਟੀ ਕਰੇ। ਔਰ ਸਰਕਾਰ ਨੇ ਕਿਹਾ ਵੀ 17 ਲੱਖ ਕਰੋੜ ਰੁਪਏ ਦਾ ਜਿਹੜਾ ਬਜਟ ਹੋਊਗਾ। ਅਸੀਂ ਕਿਹਾ ਵੀ ਜੇ ਤੁਸੀਂ ਅਮਾਨੀਆਂ ਡਾਨੀਆਂ ਦੇ ਹਜ਼ਾਰਾਂ ਕਰੋੜ ਰੁਪਏ ਕਰਜ਼ੇ ਮਾਫ ਕਰ ਸਕਦੇ ਹੋ NPA 'ਚ ਪਾ ਕੇ, ਤੁਸੀਂ 7ਵੇਂ ਪੇ ਕਮਿਸ਼ਨ ਲਈ ਹਜ਼ਾਰਾਂ ਕਰੋੜ ਰੁਪਈਆ ਜਿਹੜੀਆਂ ਤਨਖਾਹਾਂ ਵਾਸਤੇ ਰੱਖ ਸਕਦੇ ਹੋ, ਤਾਂ ਇਸ ਦੇਸ਼ ਦਾ ਜਿਹੜਾ ਅੰਨਦਾਤਾ ਜਿਹੜਾ ਕਿਉਂਕਿ ਅੰਨਦਾਤੇ ਨਾਲ ਰਿਸ਼ਤਾ ਤੁਹਾਡਾ ਪੈਦਾ ਹੋਣ ਤੋਂ ਪਹਿਲਾਂ ਦਾ, ਜਦੋਂ ਤੁਸੀਂ ਮਾਂ ਦੇ ਗਰਭ 'ਚ ਹੁੰਨੇ ਆ ਤਾਂ ਤੁਹਾਡੀ ਮਾਤਾ ਜਿਹੜੀ ਖੁਰਾਕ ਖਾਂਦੀ ਆ ਉਹ ਬੱਚੇ ਨੂੰ ਲੱਗਦੀ ਆ, ਔਰ ਉਹ ਖੁਰਾਕ ਵੀ ਕਿਸਾਨ ਦੀ ਪੈਦਾ ਕੀਤੀ ਹੁੰਦੀ ਆ। ਤੁਹਾਡੇ ਜਨਮ ਲੈਣ ਤੋਂ ਪਹਿਲਾਂ ਦੇ ਨਾਲ ਹੀ ਤੁਹਾਡਾ ਕਿਸਾਨ ਦੀ ਉਪਜ ਦੇ ਨਾਲ ਰਿਸ਼ਤਾ ਜੁੜ ਜਾਂਦਾ। ਤੇ ਜੇ ਅਨਾਜ ਨਹੀਂ ਤਾਂ ਸਮਾਜ ਨਹੀਂ, ਤੇ ਫਿਰ ਤੁਸੀਂ ਉਸ ਜਿਹੜੀ ਸਮਾਜ ਦੀ ਬੁਨਿਆਦ ਕਿਸਾਨੀ ਆ, ਖੇਤੀ ਆ, ਉਹਦੇ ਵਾਸਤੇ 17 ਲੱਖ ਕਰੋੜ ਰੁਪਈਆ ਕਿਉਂ ਨਹੀਂ ਰੱਖ ਸਕਦੇ? ਬਾਕੀ 17 ਲੱਖ ਕਰੋੜ ਰੁਪਈਆ ਤੁਸੀਂ ਕਹਿ ਰਹੇ ਹੋ ਜਿਹੜਾ ਅਨਾਜ ਖਰੀਦੋਗੇ ਉਹ ਵੇਚੋਗੇ ਵੀ। ਇਹ ਤਾਂ ਹੈ ਨਹੀਂ ਵੀ ਉਹ ਖਰੀਦ ਕੇ ਤੁਸੀਂ ਸਮੁੰਦਰ 'ਚ ਸਿੱਟ ਦੇਣਾ, ਉਹ ਵੇਚੋਗੇ ਵੀ, ਉਹ 'ਚੋਂ ਵੀ ਕੁਝ ਪੈਸੇ ਬਣਨਗੇ। ਸਰਕਾਰ ਦਾ ਕਹਿਣਾ ਕਿ ਇਹਨਾਂ ਕਾਨੂੰਨਾਂ ਨੂੰ ਹਰਿਆਣਾ ਤੇ ਪੰਜਾਬ 2 ਸੂਬਿਆਂ ਦੇ ਕਿਸਾਨਾਂ ਨੂੰ ਪਰੇਸ਼ਾਨੀ ਹੈ, ਬਾਕੀ ਸਾਰੇ ਖੁਸ਼ ਨੇ। ਦੇਖੋ, ਜੇ ਉਹ ਇਹ ਗੱਲ ਕਹਿੰਦੇ ਆ ਤੇ ਜਿਹੜੀ ਪਟਨਾ 'ਚ ਰੈਲੀ ਹੋਈ, ਜਿਹੜਾ ਲਾਠੀ ਚਾਰਜ ਹੋਇਆ, ਪਟਨਾ ਕਿੱਥੋਂ ਦਾ ਸ਼ਹਿਰ? ਪਟਨਾ ਪੰਜਾਬ ਦਾ ਸ਼ਹਿਰ ਤਾਂ ਹੈ ਨਹੀਂਗਾ। ਹੈਦਰਾਬਾਦ 'ਚ ਇਕੱਠ ਹੋਇਆ, ਹੈਦਰਾਬਾਦ ਜਾਂ ਤਾਂ ਹਰਿਆਣੇ 'ਚ ਆ ਗਿਆ, ਸਾਨੂੰ ਇਹ ਨਹੀਂ ਪਤਾਗਾ। ਸਰਕਾਰ ਦਾ ਝੂਠ ਬੋਲਣ ਦੇ ਤਾਂ ਰਿਕਾਰਡ ਤੋੜਦੇ ਆ। ਜਦੋਂ ਅਸੀਂ 14 ਸਤੰਬਰ ਨੂੰ ਆਲ ਇੰਡੀਆ ਦੇ ਵਿੱਚ ਪ੍ਰੋਟੈਸਟ ਦੀ ਕਾਲ ਦਿੱਤੀ ਤਾਂ ਦੇਸ਼ ਦੇ 350 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਪ੍ਰਦਰਸ਼ਨ ਹੋਏ, ਉਦੋਂ ਵੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਇਹ ਕਿਹਾ ਕਿ ਸਿਰਫ ਪੰਜਾਬ 'ਚ ਪ੍ਰਦਰਸ਼ਨ ਹੋਏ। ਹੁਣ ਅਸੀਂ ਇਸ ਗੱਲੋਂ ਹੈਰਾਨ ਸੀ ਕਿ ਪੰਜਾਬ ਦੇ ਜ਼ਿਲ੍ਹੇ ਤਾਂ 22 ਆ, ਪੰਜਾਬ ਦੇ ਜ਼ਿਲ੍ਹੇ 350 ਕਦੋਂ ਹੋ ਗਏ? ਇਹ ਤੇ ਨਰਿੰਦਰ ਤੋਮਰ ਹੋਰੀ ਦੱਸ ਸਕਦੇ ਹੈਗੇ ਆ। ਤਾਂ ਇਹਨਾਂ ਦੀ ਤਾਂ ਸਾਰੇ ਹਾਲਤ ਇਹ ਆ ਕਿ ਪਹਿਲਾਂ ਕਹਿੰਦੇ ਰਹੇ ਪੰਜਾਬ ਦਾ, ਫਿਰ ਕਹਿੰਦੇ ਰਹੇ ਹਰਿਆਣੇ ਦਾ, ਹੁਣ ਫਿਰ ਕਹਿਣ ਲੱਗੇ ਵੀ ਨਾਰਥ ਇੰਡੀਆ ਦਾ, ਹੁਣ ਇੰਡੀਆ ਦਾ ਬਣ ਗਿਆ, ਪੂਰੇ ਗਲੋਬ 'ਚ ਫੈਲ ਗਿਆ। ਕੱਲ੍ਹ ਨੂੰ ਇਹ ਕਹਿਣਗੇ ਇਹ ਤਾਂ ਇਕੱਲੇ ਧਰਤੀ ਦਾ ਅੰਦੋਲਨ, ਮੰਗਲ ਗ੍ਰਹਿ ਤੇ ਚੰਦਰਮਾ ਤਾਂ ਹੋ ਹੀ ਨਹੀਂ ਰਿਹਾਗਾ। ਇਸ ਕਰਕੇ ਇਹ ਤਾਂ ਲਗਾਤਾਰ ਇਹਨਾਂ ਦੀ ਕੋਈ ਕ੍ਰੈਡੀਬਿਲਟੀ ਨਹੀਂ ਹੈ ਸਰਕਾਰ ਦੇ ਕਿਸੇ ਵੀ ਅਧਿਕਾਰੀ ਦੀ ਵੀ ਕੀ ਬੋਲਦੇ ਆ। ਤੁਸੀਂ ਇੱਕ ਇੰਟਰਵਿਊ ਦੇ ਵਿੱਚ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਇਹ ਸਿਰਫ ਕਿਸਾਨਾਂ ਦਾ ਅੰਦੋਲਨ ਨਹੀਂ, ਆਮ ਲੋਕਾਂ ਦਾ ਵੀ ਅੰਦੋਲਨ ਹੈ, ਉਹ ਕਿੱਦਾਂ? ਦੇਖੋ, ਇਹਦੇ 'ਚ ਜਿਹੜਾ ਅਸੈਂਸ਼ੀਅਲ ਕਮੋਡਿਟੀ ਅਮੈਂਡਮੈਂਟ ਹੈਗਾ 2020, ਉਹਦੇ 'ਚ ਸਰਕਾਰ ਨੇ ਜਿਹੜੀ ਕਾਲਾ ਬਾਜ਼ਾਰੀ ਆ ਤੇ ਜ਼ਰੂਰੀ ਵਸਤਾਂ ਦੀ ਜਿਹੜੀ ਸਟੋਰ ਕਰਨਾ ਹੈਗਾ, ਉਹਦੀ ਲਿਮਟ ਖਤਮ ਕਰਤੀ। ਯਾਨੀ ਕਿ ਕੋਈ ਕੰਪਨੀ ਦੇਸ਼ ਦਾ ਸਾਰਾ ਪਿਆਜ਼ ਇਕੱਠਾ ਕਰਕੇ ਰੱਖ ਸਕਦੀ ਹੈ, ਕੋਈ ਕੰਪਨੀ ਦੇਸ਼ ਦਾ ਸਾਰਾ ਆਲੂ, ਸਾਰੀ ਦਾਲ ਇਕੱਠੀ ਕਰਕੇ ਰੱਖ ਸਕਦੀ ਆ। ਔਰ ਸਰਕਾਰ ਨੇ ਕਿਹਾ ਕਿ ਅਸੀਂ 3 ਹਾਲਤਾਂ 'ਚ ਦਖਲਅੰਦਾਜ਼ੀ ਕਰਾਂਗੇ: ਜੰਗ ਲੱਗ ਜੇ, ਕਾਲ ਪੈ ਜੇ, ਤੇ ਜਾਂ ਅਸਾਧਾਰਨ ਮਹਿੰਗਾਈ ਹੋ ਜੇ, ਐਕਸਟਰਾ ਆਰਡੀਨਰੀ ਪ੍ਰਾਈਸ ਰਾਈਜ਼ ਹੋ ਜੇ। ਹੁਣ ਐਕਸਟਰਾ ਆਰਡੀਨਰੀ ਪ੍ਰਾਈਸ ਰਾਈਜ਼ ਦਾ ਮਤਲਬ ਕੀ ਆ ਕਿ ਜਿਹੜੀਆਂ ਪੈਰਿਸ਼ੇਬਲ ਗੁੱਡਸ ਆ, ਜਲਦੀ ਖਰਾਬ ਹੋਣ ਵਾਲੀਆਂ ਚੀਜ਼ਾਂ ਨੇ, ਉਹਦੀ 100% ਕੀਮਤ ਵਧੂਗੀ, ਤੇ ਜਿਹੜੀਆਂ ਜਲਦੀ ਖਰਾਬ ਹੋਣ ਵਾਲੀਆਂ ਨਹੀਂ, ਉਹਦੀ ਜਾਂ 50% ਵਧੂਗੀ। ਇਹਦਾ ਮਤਲਬ ਇਹ ਆ ਵੀ ਜੇ ਪਿਆਜ਼ ਅੱਜ 80 ਰੁਪਏ ਆ, ਜੇ ਇਹ 160 ਹੋ ਜਾਊਗਾ ਤਾਂ ਸਰਕਾਰ ਮਹਿੰਗਾਈ ਮੰਨੂਗੀ, 159 ਤੇ ਮਹਿੰਗਾਈ ਜਿਹੜੀ ਆ ਉਹ ਨਹੀਂ ਮੰਨੂਗੀ। ਇਵੇਂ ਦਾਲ ਆ, ਦਾਲ ਦੀ ਕੀਮਤ ਜੇ 100 ਆ, ਜੇ 150 ਹੋ ਜਾਊਗੀ ਕਿਉਂਕਿ ਉਹ ਨਾਨ ਪੈਰਿਸ਼ੇਬਲ ਗੁੱਡਸ ਆ, ਤਾਂ ਉਹ ਮਹਿੰਗਾਈ ਮੰਨੂ 149 ਤੇ ਮਹਿੰਗਾਈ ਨਹੀਂ ਮੰਨੂਗੀ। ਇਸ ਕਰਕੇ ਇਹ ਹਰ ਉਸ ਬੰਦੇ ਦਾ ਮਸਲਾ ਜਿਹੜਾ ਰੋਟੀ ਖਾਂਦਾ, ਤੇ ਰੋਟੀ ਹਰ ਕੋਈ ਖਾਂਦਾ, ਇਸ ਕਰਕੇ ਇਹ ਮਸਲਾ ਹਰ ਬੰਦੇ ਦਾ। ਔਰ ਇਹਦੇ ਪਿੱਛੇ ਸਾਰੇ ਇਸ ਕਾਨੂੰਨਾਂ ਦੇ ਪਿੱਛੇ ਜਿਹੜੀ ਇਹਦੀ ਪੋਲੀਟੀਕਲ ਇਕਨੋਮੀ ਆ, ਉਹ ਇਹ ਆ ਕਿ ਅੱਜ ਜਿਸ ਤਰ੍ਹਾਂ ਮੰਦੀ ਆ ਦੇਸ਼ ਤੇ ਦੁਨੀਆ ਦੇ ਵਿੱਚ, ਸਰਮਾਏਦਾਰਾਂ ਦੇ ਸਾਰੇ ਕਾਰੋਬਾਰ ਜਿਹੜੇ ਆ ਉਹ ਘਾਟੇ 'ਚ ਜਾ ਰਹੇ ਆ। ਵੈਸੇ ਤਾਂ ਘਾਟੇ 'ਚ ਨਹੀਂ ਜਾ ਰਹੇਗੇ, ਉਹ ਆਮ ਲੋਕਾਂ ਤੋਂ ਬਹੁਤ ਅਮੀਰ ਨੇ ਉਹ, ਪਰ ਫਿਰ ਵੀ ਇੱਦਾਂ ਸ਼ੋਅ ਕਰਦੇ ਵੀ ਸਾਡਾ ਆਹ ਬਿਜ਼ਨਸ ਫੇਲ ਹੋ ਗਿਆ, ਆਹ ਬਿਜ਼ਨਸ ਫੇਲ ਹੋ ਗਿਆ। ਹੁਣ ਮੇਰੇ ਕੋਲ ਮੰਨ ਲਓ ਗੱਡੀ ਆ, ਮੈਨੂੰ ਗੱਡੀ ਪੁਰਾਣੀ ਹੈ, ਮੈਨੂੰ ਨਵੀਂ ਗੱਡੀ ਚਾਹੀਦੀ ਆ, ਮੈਂ ਨਹੀਂ ਲੈ ਸਕਦਾ, ਮੈਂ ਪੁਰਾਣੀ ਨਾਲ ਸਾਰੂੰਗਾ, ਜਾਂ ਬੱਸ ਤੇ ਜਾਊਂਗਾ, ਟ੍ਰੇਨ ਤੇ ਜਾਊਂਗਾ। ਮੇਰੇ ਕੋਲ ਪੁਰਾਣਾ ਘਰ ਆ, ਮੈਂ ਨਵੇਂ ਘਰ ਬਿਨਾਂ ਸਾਰੂੰਗਾ ਕਿਉਂਕਿ ਮੇਰੀ ਜੇਬ 'ਚ ਪੈਸੇ ਨਹੀਂ ਹੈਗੇ। ਪਰ ਇੱਕ ਚੀਜ਼ ਦੇ ਬਿਨਾਂ ਮੈਂ ਨਹੀਂ ਰਹਿ ਸਕਦਾ, ਉਹ ਹੈਗੀ ਆ ਰੋਟੀ। ਮੈਂ ਜਿੱਦਾਂ ਦੀ ਮਰਜ਼ੀ ਹਾਲਤ ਹੋ ਜੇ, ਰੋਟੀ ਮੈਂ ਖਾਊਂਗਾ ਹੀ ਖਾਊਂਗਾ। ਇਸ ਕਰਕੇ ਜਦੋਂ ਦੂਜੇ ਬਿਜ਼ਨਸ ਘਾਟੇ ਜਾ ਰਹੇ ਆ, ਤੇ ਸਰਕਾਰ ਹੁਣ ਅਮਾਨੀਆਂ ਡਾਨੀਆਂ ਤੇ ਹੋਰ ਕਾਰਪੋਰੇਟ ਨੂੰ ਰੋਟੀ ਦਾ ਬਿਜ਼ਨਸ ਦੇਣ ਜਾ ਰਹੀ ਹੈ ਕਿ ਤਾਂ ਕਿ ਉਹਨਾਂ ਦੇ ਮੁਨਾਫੇ ਜਿਹੜੇ ਆ ਉਹ ਸੁਰੱਖਿਅਤ ਰਹਿਣ, ਮੁਨਾਫਿਆਂ ਨੂੰ ਕੋਈ ਨੁਕਸਾਨ ਨਾ ਪਹੁੰਚੇ। ਪਹਿਲੇ ਵੀ ਇੱਕ ਅੰਦੋਲਨ ਹੋਇਆ ਸੀਗਾ, ਉਸ ਅੰਦੋਲਨ ਤੋਂ ਇੱਕ ਰਾਜਨੀਤਿਕ ਪਾਰਟੀ ਨੇ ਜਨਮ ਲਿੱਤਾ ਸੀਗਾ ਜਿਹਦਾ ਨਾਮ ਆਮ ਆਦਮੀ ਪਾਰਟੀ ਆ। ਅੱਜ ਦਿੱਲੀ ਦੇ ਮੁੱਖ ਮੰਤਰੀ ਉਸ ਪਾਰਟੀ ਤੋਂ ਹੀ ਹੈਗੇ ਨੇ। ਇਸ ਅੰਦੋਲਨ ਤੋਂ ਵੀ ਤੁਹਾਨੂੰ ਲੱਗਦਾ ਹੈ ਕੋਈ ਰਾਜਨੀਤਿਕ ਪਾਰਟੀ ਜਨਮ ਲਏਗੀ? ਨਹੀਂ, ਫਿਲਹਾਲ ਅਸੀਂ ਇਸ ਗੱਲ ਤੇ ਕੁਝ ਨਹੀਂ ਸੋਚਦੇ। ਫਿਲਹਾਲ ਅਸੀਂ ਇਸੇ ਗੱਲ ਤੇ ਫੋਕਸ ਕਰ ਰਹੇ ਕਿ ਜਿਹੜੇ ਤਿੰਨੋਂ ਕਾਨੂੰਨ ਨੇ ਇਹ ਵਾਪਸ ਹੋਣੇ ਚਾਹੀਦੇ ਆ। ਔਰ ਇਹਦੇ ਨਾਲ ਕੀ ਹੋਊਗਾ ਕਿ ਜੇ ਤਿੰਨੋਂ ਕਾਨੂੰਨ ਵਾਪਸ ਹੁੰਦੇ ਆ, ਕਿਉਂਕਿ ਮਾਮਲਾ ਹੁਣ ਕਾਨੂੰਨਾਂ ਦਾ ਨਹੀਂ ਰਹਿ ਗਿਆ ਹੈਗਾ, ਕਿਉਂਕਿ ਮੋਦੀ ਸਰਕਾਰ ਇਹਨੂੰ ਇਸ ਤਰ੍ਹਾਂ ਲੈ ਰਹੀ ਆ ਕਿ ਜਿਹੜੀ ਇੱਕ ਮੋਦੀ ਔਰਾ ਜਾਂ ਮੋਦੀ ਮੈਜਿਕ ਦੀ ਗੱਲ ਕਰਦੇ ਆ ਕਿ ਜੇ ਕਾਨੂੰਨ ਵਾਪਸ ਹੁੰਦੇ ਤੇ ਜਿਹੜਾ 7 ਸਾਲਾਂ 'ਚ ਉਹਨੇ ਇੱਕ ਨੈਰੇਟਿਵ ਸਿਰਜਿਆ ਸੀਗਾ ਕਿ ਸਰਕਾਰ ਨੇ ਜੋ ਕਹਿਤਾ ਪਿੱਛੇ ਨਹੀਂ ਹਟੀ, ਬਹੁਤ ਮਜ਼ਬੂਤ ਲੀਡਰਸ਼ਿਪ ਆ, ਨੋਟਬੰਦੀ ਕਰਤੀ,
ਪਿੱਛੇ ਨਹੀਂ ਹਟੇ, GST ਕਰਤਾ ਪਿੱਛੇ ਨਹੀਂ ਹਟੇ, ਕਸ਼ਮੀਰ ਦੇ 3 ਟੋਟੇ ਕਰਤੇ ਪਿੱਛੇ ਨਹੀਂ ਹਟੇ, ਗਊ ਰੱਖਿਆ ਦੇ ਨਾਂ ਤੇ ਮੁਸਲਮਾਨ ਭਾਈਚਾਰੇ ਦਲਿਤ ਭਾਈਚਾਰੇ ਤੇ ਹਮਲੇ ਹੋ ਗਏ, ਜੇ ਕਿਸੇ ਨੇ ਵਿਰੋਧ ਕੀਤਾ ਪਿੱਛੇ ਨਹੀਂ ਹਟੇ। ਪਹਿਲੀ ਵਾਰੀ ਉਹਨਾਂ ਨੂੰ ਪਿੱਛੇ ਹਟਣਾ ਪੈ ਰਿਹਾ ਇਹ ਕਹਿ ਕੇ ਕਿ ਕਾਨੂੰਨ ਚੰਗੇ ਆ, ਮਤਲਬ ਇਹ ਕਹਿ ਕੇ ਉਸ ਤੋਂ ਬਾਅਦ ਉਹ ਸੋਧਾਂ ਕਰਨ ਤੇ ਆ ਗਏ। ਫਿਰ ਵਿੱਚੋਂ ਕੋਈ ਗੱਲ ਆਉਂਦੀ ਚੱਲ ਇੱਕ ਰੱਦ ਕਰ ਦਿੰਦੇ। ਇਹ ਕਈ ਚੀਜ਼ਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਆ ਰਹੀਆਂ ਨੇ, ਉਹਨਾਂ ਨੂੰ ਐਂ ਲੱਗਦਾ ਕਿ ਜੇ ਅਸੀਂ ਕਾਨੂੰਨ ਵਾਪਸ ਲੈ ਲਏ ਤਾਂ ਹੋਰ ਜਿਹੜੇ ਬਹੁਤ ਸਾਰੇ ਸੈਕਸ਼ਨ ਆ ਸੋਸਾਇਟੀ ਦੇ ਵਿੱਚ ਉਹ ਖੜੇ ਹੋਣੇ ਆ। ਇਸ ਕਰਕੇ ਕਿਸੇ ਪੋਲੀਟੀਕਲ ਪਾਰਟੀ ਬਣਾਉਣ ਬਾਰੇ ਸੋਚਣ ਦੇ ਨਾਲੋਂ ਅਸੀਂ ਇਹ ਸੋਚਦੇ ਹਾਂ ਕਿ ਜੇ ਕਾਨੂੰਨ ਰੱਦ ਹੋਣ ਤੇ ਜਿੰਨੇ ਸਮਾਜ 'ਚ ਦਬਾਏ ਹੋਏ ਲੋਕ ਆ, ਉਹ ਵਿਦਿਆਰਥੀ ਆ, ਬੇਰੁਜ਼ਗਾਰ ਆ, ਮਜ਼ਦੂਰ ਆ, ਉਹ ਸਾਰੇ ਖੜੇ ਹੋਣਗੇ। ਇਹ ਦੇਸ਼ ਵਾਸਤੇ ਚੰਗਾ ਯੋਗਦਾਨ ਹੋਊਗਾ। ਯਾਨੀ ਇਸ ਕਾਨੂੰਨ ਤੋਂ ਨਿਪਟਣ, ਇਸ ਅੰਦੋਲਨ ਤੋਂ ਨਿਪਟਣ ਵਾਸਤੇ ਸਰਕਾਰ ਨੂੰ ਸਿਰਫ ਇਹੀ ਦਿੱਕਤ ਆ ਰਹੀ ਹੈ ਕਿ ਜੇ ਇਹਨਾਂ ਦੀ ਗੱਲ ਮੰਨ ਲਈ ਤੇ ਹੋਰ ਖੜੇ ਹੋਣਗੇ। ਬਿਲਕੁਲ ਜੀ, ਉਹਨਾਂ ਨੂੰ ਗੱਲ ਸਹਿ ਦੀ ਨਹੀਂ, ਗੱਲ ਪਏ ਦੀ ਆ। ਉਹਨੂੰ ਐਂ ਲੱਗਦਾ ਵੀ ਇੱਕ ਫਲੱਡ ਗੇਟ ਖੁੱਲ੍ਹ ਜਾਣਾ ਹੈਗਾ, ਕਿਉਂਕਿ ਇੱਕ ਜਿਹੜਾ ਦਹਿਸ਼ਤ ਦਾ ਰਾਜ ਸੀਗਾ। ਤੁਸੀਂ ਇਹ ਦੇਖੋ ਕਿ ਜਿਸ ਦਿਨ ਲੋਕ ਬੈਰੀਗੇਡ ਤੋੜਦੇ ਆਏ ਆ, ਉਹ ਕਹਿੰਦੇ ਵੀ ਉਹ ਬੈਰੀਗੇਡ ਨਹੀਂ ਟੁੱਟੇ, ਉਹ ਮੋਦੀ ਦਾ ਹੰਕਾਰ ਤੋੜਿਆ ਲੋਕਾਂ ਨੇ। ਔਰ ਉਹ ਆਕੜ ਜਿਹੜੀ 7 ਸਾਲਾਂ 'ਚ ਇਹ ਸੀਗਾ ਕਿ 7 ਸਾਲਾਂ 'ਚ ਪਹਿਲੀ ਵਾਰੀ ਆ ਕਿ ਕਿਸੇ ਅੰਦੋਲਨ ਨੂੰ ਉਹਨਾਂ ਨੇ ਮਾਨਤਾ ਦਿੱਤੀ ਆ। ਔਰ ਸਾਡੇ ਨਾਲ 6 ਮੀਟਿੰਗਾਂ ਕੀਤੀਆਂ ਨੇ। ਅੱਜ ਤੱਕ ਕਿਸੇ ਅੰਦੋਲਨਕਾਰੀ ਨਾਲ ਇਹਨਾਂ ਨੇ ਮੀਟਿੰਗ ਨਹੀਂ ਕੀਤੀ, ਗੱਲ ਨਹੀਂ ਕੀਤੀ, ਕਿਉਂਕਿ ਉਹਨਾਂ ਦਾ ਵੀ ਕੋਈ ਨਹੀਂ, ਮਾਰੋ 4 ਡਾਂਗਾਂ ਤੇ ਭਜਾ ਦਿਓ, ਪਰਚੇ ਕਰੋ, ਅੰਦਰ ਸਿੱਟ ਦਿਓ। ਪਰ ਇਹ ਪਹਿਲੀ ਵਾਰੀ ਆ ਕਿ ਦੇਖੋ, ਆਪਾਂ ਇਤਿਹਾਸ ਦੇ ਵਿੱਚ ਪੜ੍ਹਿਆ ਸੀਗਾ, ਸੁਣਿਆ ਸੀਗਾ ਇਹਨਾਂ ਅੰਦੋਲਨਾਂ ਬਾਰੇ, ਪਰ ਇਸ ਤਰ੍ਹਾਂ ਦੇ ਅੰਦੋਲਨ ਦੇਖੇ ਨਹੀਂ ਸੀਗੇ। ਮੇਰੀ ਉਮਰ 38 ਸਾਲ ਆ, ਮੈਂ ਤਾਂ ਪਹਿਲੀ ਵਾਰੀ ਅੰਦੋਲਨ ਦੇਖ ਰਿਹਾ। ਜੇ ਕਿਸੇ 50 ਸਾਲ ਦੇ ਬੰਦੇ ਨੂੰ ਪੁੱਛੀ, ਉਹ ਕਹਿੰਦਾ ਮੈਂ ਤਾਂ ਪਹਿਲੀ ਵਾਰੀ ਦੇਖ ਰਿਹਾ। 70 ਸਾਲ ਦੇ ਬਜ਼ੁਰਗ ਨੂੰ ਪੁੱਛੀ, ਉਹ ਕਹਿੰਦਾ ਮੈਂ ਤਾਂ ਆਪ ਪਹਿਲੀ ਵਾਰੀ ਦੇਖ ਰਿਹਾ। ਮਤਲਬ ਕਿ ਇਹ ਪਗੜੀ ਸਵਾਲ ਜੱਟਾ ਲਹਿਰ ਤੋਂ ਬਾਅਦ, ਚਲੋ ਉਹ ਇੱਕ ਸੂਬੇ ਦੀ ਲਹਿਰ ਸੀ, ਭਾਵੇਂ ਕਿ ਉਦੋਂ ਪੰਜਾਬ ਬਹੁਤ ਵੱਡਾ ਸੀ, ਉਸ ਤੋਂ ਕਿਤੇ ਵਿਆਪਕ ਲਹਿਰ ਆ ਜਿਨੇ ਪੂਰੀ ਦੁਨੀਆ ਦੇ ਉੱਪਰ ਜਿਹੜਾ ਅਸਰ ਪਾਇਆ। ਪੂਰੀ ਦੁਨੀਆ 'ਚ ਮੁਜ਼ਾਹਰੇ ਹੋ ਰਹੇ ਆ। ਜਿਵੇਂ ਗਦਰ ਲਹਿਰ ਦੇ ਵਿੱਚ ਲੋਕ ਵਿਦੇਸ਼ ਛੱਡ ਕੇ ਇੱਧਰ ਆ ਰਹੇ ਸੀ, ਇਵੇਂ ਸਾਡੇ NRI ਜਿਹੜੇ ਵੀਰ ਭੈਣ ਨੇ ਉਹ ਇੱਧਰ ਇਸ ਅੰਦੋਲਨ ਦੀ ਹਮਾਇਤ ਦੇ ਵਿੱਚ ਆ ਰਹੇ ਆ। ਤੁਹਾਡੇ ਨਾਲ ਗੱਲ ਕਰਨ ਤੋਂ ਬਾਅਦ ਸਟੇਜ ਦੇ ਕੋਲੇ ਸਾਡੇ ਕੁਝ NRI ਵੀਰ ਆਏ ਹੋਏ ਆ, ਉਹ ਵੇਟ ਕਰ ਰਹੇ, ਉਹਨਾਂ ਨੂੰ ਅਸੀਂ ਜਿਹੜਾ ਹੈਗਾ ਮਿਲਣਾ। ਤਾਂ ਐਡਾ ਕਮਾਲ ਦਾ ਅੰਦੋਲਨ ਆ। ਇਹਦੇ 'ਚ ਬਹੁਤ ਕੁਝ ਜਿਹੜਾ ਨਵਾਂ ਹੋ ਰਿਹਾ। ਔਰ ਸਰਕਾਰ ਨੇ ਮੀਟਿੰਗ 'ਚ ਇਹ ਵੀ ਕਿਹਾ ਕਿ ਹਰ ਮੀਟਿੰਗ 'ਚ ਐ ਹੁੰਦਾ ਵੀ 4 ਮੰਗਾਂ ਹੁੰਦੀਆਂ ਨੇ, ਜੇ 6 ਹੁੰਦੀਆਂ 1-2 ਛੱਡ ਦਿੱਤੀਆਂ ਜਾਂਦੀਆਂ ਨੇ, 2-3 ਮਨਾ ਲਈਆਂ ਜਾਂਦੀਆਂ ਨੇ। ਅਸੀਂ ਕਿਹਾ ਵੀ ਉਸ ਤਰ੍ਹਾਂ ਦੀ ਇਹ ਕੋਈ ਟ੍ਰੇਡ ਯੂਨੀਅਨ ਮੂਵਮੈਂਟ ਨਹੀਂ ਹੈ, ਵੀ ਗਿਵ ਐਂਡ ਟੇਕ ਹੋਊਗਾ। ਇਹ ਇਤਿਹਾਸਕ ਲੜਾਈ ਹੈ, ਇਹ ਪਹਿਲੀ ਵਾਰੀ ਹੋਊਗਾ ਕਿ ਜਿੰਨੀਆਂ ਮੰਗਾਂ ਰੱਖੀਆਂ ਓਨੀਆਂ ਬਣਾਉਣੀਆਂ ਨੇ। ਇਹਦੇ 'ਚ ਤੁਸੀਂ ਪੇਸ਼ੇਵਰ ਵਕੀਲ ਵੀ ਹੈਗੇ ਹੋ, ਤੁਸੀਂ MA LLB ਵੀ ਕੀਤੀ ਹੈ ਸ਼ਾਇਦ, ਇੱਕ ਲੀਗਲ ਤੌਰ ਤੇ ਇਸ ਮੰਗਾਂ ਦਾ, ਕਿਸਾਨਾਂ ਦੇ ਅੰਦੋਲਨ ਦਾ ਕੀ ਹਾਲ ਹੈ? ਦੇਖੋ, ਕਾਨੂੰਨੀ ਤੌਰ ਤੇ ਤਾਂ ਜੇ ਇਸ ਦੇਸ਼ ਦੇ ਵਿੱਚ ਜਿੰਨੇ ਵੀ ਸੰਵਿਧਾਨਕ ਅਦਾਰੇ ਆ ਉਹ ਇਸ ਮੁਲਕ ਦੇ ਕਾਨੂੰਨ ਤੇ ਸੰਵਿਧਾਨ ਦੇ ਮੁਤਾਬਕ ਕੰਮ ਕਰਦੇ ਹੁੰਦੇ ਤਾਂ ਸੁਪਰੀਮ ਕੋਰਟ ਨੂੰ ਸੂਓ ਮੋਟੋ ਨੋਟਿਸ ਲੈ ਕੇ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਸੀਗੇ। ਪਰ ਇਸ ਦੇਸ਼ ਦੇ ਵਿੱਚ ਜੋ ਕੁਝ ਚੱਲ ਰਿਹਾ ਉਹ ਸਾਰਿਆਂ ਨੂੰ ਪਤਾ, ਕਿਸੇ ਤੋਂ ਲੁਕਿਆ ਨਹੀਂ ਵੀ ਕਿਸ ਤਰ੍ਹਾਂ ਅਦਾਰਿਆਂ ਨੂੰ ਮੋਦੀ ਸਰਕਾਰ ਨੇ ਆਪਣੀ ਜਿਹੜੀ ਆ ਮੁੱਠੀ 'ਚ ਕੀਤਾ ਹੋਇਆ। ਭਾਵੇਂ ਉਹ CBI ਆ, RBI ਅਦਾਲਤ, ਜੋ ਕੁਝ ਵੀ ਹੈਗਾ ਮੋਦੀ ਸਰਕਾਰ ਦੇ ਮੁਤਾਬਕ ਜਿਹੜਾ ਉਹ ਚੱਲ ਰਿਹਾ ਹੈਗਾ। ਇਸ ਕਰਕੇ ਜੇ ਇਸ ਮੁਲਕ 'ਚ ਕੋਈ ਕਾਨੂੰਨ ਨਾਮ ਦੀ ਚੀਜ਼ ਹੁੰਦੀ ਤਾਂ ਇਹਨਾਂ ਦੇ ਕਾਨੂੰਨ ਫੌਰੀ ਰੱਦ ਹੋ ਜਾਣੇ ਚਾਹੀਦੇ ਸੀ, ਕਿਉਂਕਿ ਕਾਨੂੰਨ ਬਣਾਉਣ ਦਾ ਇਹਨਾਂ ਕੋਲੇ ਕੋਈ ਅਧਿਕਾਰ ਨਹੀਂਗਾ। ਅਸੀਂ ਇਹਨੂੰ ਕਾਨੂੰਨ ਦੇ ਰਾਹ 'ਚ ਨਹੀਂ ਦੇਖਦੇ ਵੀ ਕਾਨੂੰਨੀ ਇਹਦਾ ਕੋਈ ਹੱਲ ਹੋਊਗਾ। ਇਹਦਾ ਹੱਲ ਲੋਕਾਂ ਦੇ ਸੰਘਰਸ਼ ਰਾਹੀਂ ਹੋਣਾ। ਸੁਪਰੀਮ ਕੋਰਟ ਨੇ ਪਿੱਛੇ ਕਿਹਾ ਸੀਗਾ ਕਿ ਅਗਰ ਇਹਨਾਂ ਕਾਨੂੰਨਾਂ ਨੂੰ ਕੁਝ ਹਫ਼ਤਿਆਂ ਮਹੀਨਿਆਂ ਵਾਸਤੇ ਪੋਸਟਪੋਨ ਕਰ ਦਿੱਤਾ ਜਾਏ ਤੇ ਇਹਦਾ ਹੱਲ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਕੱਢਿਆ ਜਾ ਸਕਦਾ। ਨਹੀਂ, ਪੋਸਟਪੋਨ ਦਾ ਮਤਲਬ ਤਾਂ ਦੇਖੋ ਇਹ ਹੈਗਾ ਵੀ ਕਾਨੂੰਨ ਹੁਣ ਨਾ ਲਾਗੂ ਹੋਣਗੇ, ਵੀ ਸਾਲ ਠਹਿਰ ਕੇ ਲਾਗੂ ਕਰ ਦਾਂਗੇ। ਇਸ ਕਰਕੇ 2 ਤਰ੍ਹਾਂ ਦੀ ਜਿਹੜੀ ਆਫਰ ਹੈਗੀ ਆ, ਉਹ ਜਿਹੜੇ ਸਾਡੇ ਸੋਰਸਸ ਨੇ ਪਤਾ ਲੱਗ ਰਹੀ 2 ਤਰ੍ਹਾਂ ਦੀ ਸਰਕਾਰ ਅਗਲੀ ਮੀਟਿੰਗ 'ਚ ਆਫਰ ਕਰ ਸਕਦੀ ਆ। ਇੱਕ ਤਾਂ ਜਿਹੜੇ ਸੂਬਿਆਂ ਨੇ ਲਾਗੂ ਕਰਨੇ ਲਾਗੂ ਕਰ ਲਓ, ਜਿਹੜੇ ਸੂਬੇ ਨੇ ਨਹੀਂ ਲਾਗੂ ਕਰਨੇ ਨਾ ਕਰਨ। ਪਰ ਇਹ ਵੀ ਸਾਨੂੰ ਮਨਜ਼ੂਰ ਨਹੀਂ, ਕਿਉਂਕਿ ਇਹਦੇ ਨਾਲ ਜਿਹੜਾ ਕੇਂਦਰ ਸਰਕਾਰ ਨੂੰ ਖੇਤੀਬਾੜੀ ਬਾਰੇ ਕਾਨੂੰਨ ਬਣਾਉਣ ਦਾ ਅਧਿਕਾਰ ਮਿਲ ਜਾਣਾ ਉਹ ਖਤਰਨਾਕ ਆ। ਔਰ ਹਰ ਰੋਜ਼ ਇਹੋ ਜਿਹੀ ਲਹਿਰ ਨਹੀਂ ਬਣ ਸਕਦੀਗੀ। ਇਤਿਹਾਸ 'ਚ ਕਦੇ ਮੌਕੇ ਆਉਂਦੇ ਆ। ਇਸ ਕਰਕੇ ਹੁਣ ਕੋਈ ਗਿਵ ਐਂਡ ਟੇਕ ਨਹੀਂ ਹੋਣਾਗਾ। ਪੂਰੀ ਤਰ੍ਹਾਂ ਮੰਗਾਂ ਜਿਹੜੀਆਂ ਨੇ ਉਹ ਮਨਵਾ ਕੇ ਜਿਹੜਾ ਹੈਗਾ ਉਹ ਉੱਠਣਾ। ਦੀਪ ਸਿੰਘ ਵਾਲਾ ਜੀ, ਜਦ ਤੁਹਾਡੀ ਸੰਯੁਕਤ ਮੋਰਚੇ ਦੀ ਕਿਸਾਨਾਂ ਦੀ ਮੀਟਿੰਗ ਹੁੰਦੀ ਹੈ, ਉਹਦੇ ਵਿੱਚ ਜਦ ਤੁਸੀਂ ਆਪਸ ਵਿੱਚ ਡਿਸਕਸ਼ਨ ਕਰਦੇ ਹੋ, ਕੋਈ ਡਿਫਰੈਂਸਸ ਆਫ ਓਪੀਨੀਅਨ ਵੀ ਹੁੰਦਾ? ਦੇਖੋ, ਇਹ ਤਾਂ ਬਹੁਤ ਕੁਦਰਤੀ ਜੀ ਗੱਲ ਆ। ਕੁਦਰਤ ਦਾ ਨਿਜ਼ਮ ਆ, ਦਿਨ ਆ ਰਾਤ ਆ, ਗਰਮੀ ਆ ਸਰਦੀ ਆ, ਧੁੱਪ ਆ ਛਾਂ। ਬੰਦੇ ਦਾ ਸਰੀਰ 'ਚ ਵੀ ਹੈ ਨਾ, ਇੱਕ ਕਦਮ ਅੱਗੇ ਜਾਂਦਾ ਇੱਕ ਪਿੱਛੇ ਜਾਂਦਾ ਹੈਗਾ। ਤੇ ਉਹ ਤਾਂ ਕੁਦਰਤ ਦਾ ਨਿਜ਼ਮ ਆ। ਪਰ ਇਹੀ ਸਮਾਜ ਦੀ ਖੂਬਸੂਰਤੀ ਹੁੰਦੀ ਆ। ਮੋਦੀ ਸਰਕਾਰ ਕੀ ਕਰਨਾ ਚਾਹੁੰਦੀ ਵੀ ਸਭ ਕੁਝ ਨੂੰ ਢਾਹ ਕੇ ਇੱਕੋ ਜਿਹਾ ਕਰਨਾ ਚਾਹੁੰਦੀ ਆ। ਇੱਥੇ ਜਿੰਨੇ ਰੰਗ ਨੇ ਇੱਕ ਸਤਰੰਗੀ ਪੀਂਘ ਆ, ਇਹਦੇ 'ਚ ਲਾਲ ਰੰਗ ਵੀ ਆ, ਹਰਾ ਵੀ ਆ, ਕੇਸਰੀ ਵੀ ਆ, ਚਿੱਟਾ ਵੀ ਆ। ਸਾਰੇ ਰੰਗ ਮਿਲ ਕੇ ਇੱਕ ਰੰਗੋਲੀ ਬਣੀ ਹੋਈ ਆ। ਸਾਰੇ ਰੰਗ ਮਿਲ ਕੇ ਜਿਹੜਾ ਇਸ ਘੋਲ ਨੂੰ ਲੜ ਰਹੇ ਆ। ਔਰ ਵਿਚਾਰ
ਵਿਚਾਰਾਂ ਦੇ ਵਖਰੇਵੇਂ ਵੀ ਹੁੰਦੇ ਆ, ਪਰ ਇਹ ਵਖਰੇਵੇਂ ਹੋਣ ਦੇ ਬਾਵਜੂਦ ਵੀ ਅਸੀਂ ਲਗਾਤਾਰ ਲੰਬੀਆਂ ਮੀਟਿੰਗਾਂ 'ਚ ਇੱਕ ਰਾਏ ਜਿਹੜੀ ਆ ਉਹ ਬਣਾ ਲੈਂਦੇ ਆ। ਉਹ ਕਹਿੰਦੇ ਨੇ ਜਦੋਂ ਪੋਪ ਦੀ ਚੋਣ ਹੁੰਦੀ ਆ ਤਾਂ ਉਹ ਕੀ ਕਰਦੇ, ਕਿਸੇ ਕਮਰੇ 'ਚ ਬੰਦ ਕਰ ਦਿੰਦੇ ਆ, ਉੱਪਰ ਇੱਕ ਚਿਮਨੀ ਲੱਗੀ ਹੁੰਦੀ ਆ। ਜਦੋਂ ਤੈਅ ਹੋ ਜਾਂਦਾ ਕਿ ਅਗਲਾ ਪੋਪ ਕੌਣ ਹੋਊਗਾ, ਉੱਪਰੋਂ ਉਹ ਧੂੰਆਂ ਛੱਡਦੇ ਹੋ, ਫਿਰ ਗੇਟ ਖੋਲ੍ਹਿਆ ਜਾਂਦਾ ਹੈਗਾ। ਇਸ ਕਰਕੇ ਸਾਡੀ ਮੀਟਿੰਗ ਉਦੋਂ ਹੀ ਸਮਾਪਤ ਹੁੰਦੀ ਆ ਜਦੋਂ ਅਸੀਂ ਇੱਕ ਰਾਏ ਇੱਕ ਮਤ ਬਣਾ ਲਈਏ। ਆਹ ਹੁਣ 26 ਜਨਵਰੀ ਦਾ ਪ੍ਰੋਗਰਾਮ ਦਿੱਤਾ ਕਿ ਦਿੱਲੀ 'ਚ ਜਾਣਾ, ਇਹ ਸਾਡੀ ਹਫ਼ਤਾ ਭਰ ਚਰਚਾ ਚੱਲਦੀ ਰਹੀ ਆ। ਕਈ ਮੀਟਿੰਗਾਂ ਹੋ ਗਈਆਂ, ਹਫ਼ਤਾ ਭਰ ਲੰਬੀ ਚਰਚਾ ਕਰਕੇ ਇਹਦੇ ਸਾਰੇ ਪਹਿਲੂ ਸੋਚ ਕੇ, ਸਾਰਾ ਪੱਖ ਸੋਚ ਕੇ, ਫਿਰ ਥੱਲੋਂ ਅਸੀਂ ਹੋਰ ਜਿਹੜੇ ਨੌਜਵਾਨ ਵੀਰ ਆ ਹੋਰ ਸਾਰਾ ਰਾਏ ਕਰਕੇ ਕਿ ਜਨਤਾ ਦਾ ਮੂਡ ਕੀ ਹੈਗਾ, ਸਾਰੀਆਂ ਗੱਲਾਂ ਵਿਚਾਰ ਕੇ ਵੀ ਹਾਂ ਹੁਣ ਸਾਨੂੰ 26 ਜਨਵਰੀ ਨੂੰ ਜਿਹੜਾ ਇਤਿਹਾਸਕ ਦਿਨ ਆ, ਲੱਖਾਂ ਦੀ ਗਿਣਤੀ 'ਚ ਦਿੱਲੀ ਵਾਲੇ ਪਾਸੇ ਜਿਹੜਾ ਵਧਣਾ ਚਾਹੀਦਾ। ਜਿਹੜਾ ਗਣਤੰਤਰ ਹੈਗਾ ਉਹ ਵਾਕਈ ਗਣ ਨੂੰ ਮਨਾਉਣਾ ਚਾਹੀਦਾ, ਔਰ ਇਸ ਦੇਸ਼ ਦਾ ਜਿਹੜਾ ਕਿਸਾਨ ਆ ਉਹ ਇਸ ਦੇਸ਼ ਦੀ ਬੁਨਿਆਦ ਆ, ਔਰ ਉਹਨੂੰ ਆਪਣੀ ਤਾਕਤ ਦਾ ਮੁਜ਼ਾਹਰਾ ਕਰਨਾ ਚਾਹੀਦਾ, ਔਰ ਉਹਨੂੰ ਦੱਸਣਾ ਚਾਹੀਦਾ ਕਿ ਮੈਂ ਆਪਣੀ ਜਿਹੜੀ ਮੇਰੇ ਕੋਲ ਤਾਕਤ ਹੈਗੀ ਆ ਉਹ ਮੈਂ ਗਵਾਉਣ ਨਹੀਂ ਦੇਵਾਂਗਾ। ਯਾਨੀ 6 ਤਰੀਕ ਨੂੰ ਰਿਹਰਸਲ ਤੇ 26 ਤਰੀਕ ਨੂੰ ਪਰੇਡ ਟਰੈਕਟਰ ਟਰਾਲੀਆਂ ਦੀ। ਬਿਲਕੁਲ ਜੀ ਬਿਲਕੁਲ, 6 ਨੂੰ ਰਿਹਰਸਲ। ਔਰ ਅਸੀਂ ਇੱਕ ਹੋਰ ਕੰਪੇਨ ਚਲਾ ਰਹੇ ਹਾਂ ਪੰਜਾਬ ਦੇ 'ਚ। ਅੱਜ ਹੀ ਸਾਡੀ ਮੀਟਿੰਗ ਹੋਈ ਕਿਰਤੀ ਕਿਸਾਨ ਯੂਨੀਅਨ 'ਚ, ਫੈਸਲਾ ਕੀਤਾ 2 ਵਜੇ ਸਾਰੀਆਂ ਜਥੇਬੰਦੀਆਂ ਦੀ ਮੀਟਿੰਗ ਆ ਕਿ ਅਸੀਂ ਪੰਜਾਬ ਇੱਥੇ ਵੀ ਜਿਹੜੇ ਸਾਡੇ ਨੌਜਵਾਨ ਬੈਠੇ ਪੰਜਾਬ 'ਚ ਵੀ ਅਸੀਂ ਵਲੰਟੀਅਰ ਭਰਤੀ ਕਰਾਂਗੇ। ਵੀ ਵਲੰਟੀਅਰ ਦੋ ਦੇਸ਼ਾਂ ਵਾਸਤੇ ਭਰਤੀ ਕਰਾਂਗੇ। ਇੱਕ ਤਾਂ ਇੱਥੇ ਵੀ ਬੀਜੇਪੀ, ਕਿਉਂਕਿ ਉਹਦੀਆਂ ਸਾਰੀਆਂ ਚਾਲਾਂ ਮਾਤ ਹੋਊਗਾ, ਵੀ ਕਦੇ ਕਹਿੰਦਾ ਖਾਲਿਸਤਾਨੀ ਆ, ਕਦੇ ਕਿਹਾ ਮਾਓਵਾਦੀ ਆ, ਕਦੇ ਕੁਛ ਕਿਹਾ। ਜਦੋਂ ਉਹਨਾਂ ਦੀਆਂ ਸਾਰੀਆਂ ਚਾਲਾਂ ਮਾਤ ਆ ਗਈਆਂ ਤਾਂ ਉਹ ਕੋਈ ਨਾ ਕੋਈ ਸ਼ਰਾਰਤ ਕਰ ਸਕਦੇ ਆ। ਇੱਕ ਤਾਂ ਹੀ ਸਾਰਿਆਂ ਨੂੰ ਬੇਨਤੀ ਕਰ ਰਹੇ ਵੀ ਆਪਣੀ ਟਰਾਲੀ ਤੇ ਪਹਿਰਾ ਲਗਾਓ, ਰਾਤ ਨੂੰ ਇੱਕ ਬੰਦਾ ਟਰਾਲੀ ਦੇ ਬਾਹਰ ਜਾਗਦਾ ਰਹੇ 3-3 ਘੰਟੇ, ਕਿਉਂਕਿ ਹੁਣ ਉਹਨਾਂ ਕੋਲ ਕੋਈ ਰਾਹ ਨਹੀਂ ਰਹਿ ਗਿਆ। ਜਿਹੜਾ ਰਾਹ ਰਹਿ ਗਿਆ ਉਹ ਵੀ ਬੰਦ ਕਰ ਦਈਏ। ਵਲੰਟੀਅਰ ਇਸ ਕਰਕੇ ਕਿ ਸਟੇਜ ਦੀ ਤੇ ਹੋਰ ਸਾਰੀ ਦੀ ਉਹ ਜ਼ਿੰਮੇਵਾਰੀ ਰੱਖਣ, ਕਿਉਂਕਿ ਇਹ ਕਿਸੇ ਆਗੂਆਂ ਦੀ ਜ਼ਿੰਮੇਵਾਰੀ ਨਹੀਂ, ਇਹ ਹਰ ਬੰਦੇ ਦੀ ਜ਼ਿੰਮੇਵਾਰੀ ਆ, ਹਰ ਬੰਦੇ ਦੀ ਲੜਾਈ ਆ, ਸਾਰੇ ਬਰਾਬਰ ਆ ਇਹਦੇ 'ਚ। ਦੂਸਰਾ ਵੀ ਵਲੰਟੀਅਰ ਇਸ ਕਰਕੇ ਭਰਤੀ ਕਰਨੇ ਆ ਕਿ 26 ਤਰੀਕ ਨੂੰ ਜਦੋਂ ਅਸੀਂ ਦਿੱਲੀ 'ਚ ਜਾਈਏ ਤਾਂ ਸਾਡਾ ਟਰੈਕਟਰ ਮਾਰਚ ਜਾਬਤਾ ਵੱਧ ਹੋਵੇ। ਸਾਡੇ ਨੌਜਵਾਨ ਜਿਹੜੇ ਹੈਗੇ, ਨੌਜਵਾਨਾਂ ਨੇ ਬੜਾ ਕਮਾਲ ਦਾ ਰੋਲ ਅਦਾ ਕੀਤਾ ਇਸ ਲਹਿਰ ਦੇ ਵਿੱਚ, ਹੈ ਨਾ। ਤਾਂ ਜਿਹੜਾ ਇਹ ਕਹਿੰਦੇ ਸੀ ਵੀ ਇਹ ਨਸ਼ੇੜੀ ਆ ਜੀ, ਇਹ ਲੜਾਈਆਂ ਕਰਨ ਵਾਲੇ ਜੇ ਉਹ ਦੱਸਤਾ ਕਿ ਪੰਜਾਬ ਜਿਵੇਂ ਭਗਤ ਪੂਰਨ ਸਿੰਘ ਨੇ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ, ਵੀ ਪੰਜਾਬ ਜਿਉਂਦਾ, ਪੰਜਾਬ ਮਰਿਆ ਨਹੀਂ, ਪੰਜਾਬ ਦੀ 2000 ਸਾਲ ਦਾ ਇਤਿਹਾਸ ਆ। ਤਾਂ ਉਹ ਉਹਨਾਂ ਨੇ ਦਿਖਾਇਆ, ਔਰ ਨੌਜਵਾਨ ਸਾਨੂੰ ਪਤਾ ਕਿ ਬਿਲਕੁਲ ਸਾਡੀ ਇਸ ਅਪੀਲ ਨੂੰ ਪ੍ਰਵਾਨ ਕਰਨਗੇ ਔਰ ਵਲੰਟੀਅਰ ਭਰਤੀ ਹੋਣਗੇ, ਔਰ ਇਸ ਘੋਲ ਨੂੰ ਨੇਪਰੇ ਚਾੜਨ ਤੱਕ ਵੀ 26 ਤਰੀਕ ਨੂੰ ਵੱਡਾ ਮਾਰਚ ਕਰਨਾ, ਉਹਦੀ ਵਲੰਟੀਅਰ ਡਿਊਟੀ ਕਰਨਗੇ ਤਾਂ ਕਿ ਆਪਾਂ ਇਹ ਜਿਹੜੀ ਹੈਗੀ ਜਿੱਤ ਕੇ ਉੱਥੋਂ ਵਾਪਸ ਜਾ ਸਕੀਏ। ਦੋਸਤੋ ਇਹ ਸੀਗੇ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਜੋ ਕਿਸਾਨੀ ਅੰਦੋਲਨ ਦੇ ਇੱਕ ਥਿੰਕ ਟੈਂਕ ਵੀ ਮੰਨੇ ਜਾਂਦੇ ਨੇ, ਔਰ ਜਿਸ ਬੇਬਾਕੀ ਨਾਲ ਉਹਨਾਂ ਨੇ ਸਾਰੀ ਗੱਲਾਂ ਸਾਨੂੰ ਦੱਸੀਆਂ, ਕਿਸ ਤਰੀਕੇ ਨਾਲ ਵੋਲੰਟੀਅਰਸ ਲਾਏ ਜਾਣਗੇ, ਕਿਸ ਤਰੀਕੇ ਨਾਲ 26 ਤਰੀਕ ਦੀ ਜਿਹੜੀ ਰਿਪਬਲਿਕ ਡੇ ਪਰੇਡ ਜਿਹੜੀ ਕਿਸਾਨਾਂ ਨੇ ਮਿੱਥੀ ਹੈ ਉਹਨੂੰ ਕਿਸ ਤਰੀਕੇ ਨਾਲ ਕੱਢਿਆ ਜਾਏਗਾ। ਔਰ ਮੈਨੂੰ ਇਹ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਵਿੱਚ ਕਿਸਾਨੀ ਅੰਦੋਲਨ ਹੋਰ ਇੰਟੈਂਸੀਫਾਈ ਹੋ ਸਕਦਾ ਹੈ। ਦੇਸ਼ ਪ੍ਰਦੇਸ਼ ਟੀਵੀ ਲਈ ਕੈਮਰਾਮੈਨ ਰਾਜੇਸ਼ ਦੇ ਨਾਲ ਰਾਜੀਵ ਭਾਸਕਰ, ਸਿੰਘੂ ਬਾਰਡਰ, ਦਿੱਲੀ।